रे गुरबाणी कह सेवक जन मानै, परतख गुरु निस्तारे। बाणी बिरलो विचार सी, जे को गुरमुख होए। एह बाणी महापुरख की, निज घर वासा होए। राग गुजरी महला चौथा, हर के जन सतगुर सतपुरखा। बिनो करो गुर पास, हम कीरे किरम सतगुर शरनाई। कर दया नाम परगास, मेरे मीत गुरुदेव। मोको राम नाम परगास, गुरमत नाम मेरा प्राण सखाई। हर कीरत हमेरी रह रास, रहा हर जन के वड भाग वडेरे। जिन हर हर शरदा हर प्यास, हर हर नाम मिलै तृप्तासै। मिल संगत गुण परगास, जिन हर हर हरि रस नाम न पाया। ते भागहीन जम पास, जो सतगुर शरण संगत नहीं आए। त्रिग जीवे त्रिग जीवास, जिन हर जन सतगुर संगत पाई। तिन धुर मस्तक लिखिया लिखास, धन धन सत संगत जित हर रस पाया। मिल जन नानक नाम परगास, जिन हर जन सतगुर संगत पाई। तिन धुर मस्तक लिखिया लिखास, धन धन सत संगत जित हर रस पाया। मिल जन नानक नाम परगास। वाहिगुरु जी का खालसा, वाहिगुरु जी की फतेह। चल रही लड़ीवार गुर शब्द की विचार आप जी सरवण करा रहे हैं। अति सत्कारयोग ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲੇ, ਉਹਨਾਂ ਪਾਸੋਂ ਆ ਬੜੇ ਪਿਆਰ ਨਾਲ ਪਾਵਨ ਸ਼ਬਦ ਦੀ ਵਿਚਾਰ ਕਰੋ ਜੀ। ਸਾਡੇ ਵਿੱਚ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਜੀ ਕਰਮਸਰ, ਉਹ ਆਪ ਸੰਗਤਾਂ ਨਾਲ ਬਚਨ ਸਾਂਝੇ ਕਰਨਗੇ। ਸਰਦਾਰ ਜਸਪ੍ਰੀਤ ਸਿੰਘ ਜੀ ਕਰਮਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। वाहिगुरु। तू सुल्तान कहाँ हो मियाँ, तेरी कवन वडाई। जो तू दे सो कहा स्वामी, मैं मूर्ख कहण ना जाई। कोट ब्रह्मंडा दे मालक सरकारे कुल आलम, लोक परलोक दा सुख देण वाले, गुरसिख दियां शुभ मनोकामना पूर्ण करने वाले धन श्री गुरु ग्रंथ साहिब जी की पवित्र हजूरी विच सज बैठे पवित्र आत्मा साध संगत जी अरदास की फतेह प्रवान करनी जी। वाहिगुरु जी का खालसा, वाहिगुरु जी की फतेह।
ਵਡਭਾਗੇ ਹਾਂ ਜੋ ਅੰਮ੍ਰਿਤ ਵੇਲੇ ਤੋਂ ਇਸ ਵੇਲੇ ਤੱਕ ਸਤਿਗੁਰੂ ਜੀ ਦੀ ਚਰਨ ਛੰਨ ਵਿੱਚ ਬੈਠਣ ਦਾ, ਸਤਿਗੁਰਾਂ ਦੀ ਅੰਮ੍ਰਿਤ ਬਾਣੀ ਧੁਰ ਕੀ ਬਾਣੀ ਸਰਵਣ ਕਰਨ ਦਾ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ। ਜਿੱਥੇ ਆਪਾਂ ਸਤਿਗੁਰਾਂ ਦੀ ਇਸ ਪਵਿੱਤਰ ਹਜ਼ੂਰੀ ਵਿੱਚ ਬੈਠਣ ਦਾ ਭਾਗ ਸਮਾਂ ਪ੍ਰਾਪਤ ਹੋਇਆ, ਉੱਥੇ ਹੀ ਸਾਡੇ ਵਿੱਚ ਗਿਆਨੀ ਸਾਹਿਬ ਸਿੰਘ ਜੀ ਮਾਰਕੰਡੇ ਵਾਲੇ ਸਤਪੁਰਸ਼ ਸਾਡੇ ਵਿੱਚ ਪਹੁੰਚੇ ਨੇ, ਜੋ ਆਪ ਸਭ ਸੰਗਤਾਂ ਨੂੰ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਜੋ 3 ਦਿਨਾਂ ਤੋਂ ਆਪ ਸਭ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਆਪਣੀ ਕਥਾ ਆਪਣੇ ਵਿਚਾਰਾਂ ਦੁਆਰਾ। ਸੋ ਉਹਨਾਂ ਪਾਸੋਂ ਵੀ ਆਪਾਂ ਨੇ ਕਥਾ ਸਰਵਣ ਕਰਨੀ ਹੈ। ਭਾਈ ਨੰਦ ਲਾਲ ਜੀ ਵੀ ਫਰਮਾਨ ਕਰਦੇ ਨੇ, ਸੋਹਬਤੇ ਨੇਕਾਂ ਅਗਰ ਬਾਸ਼ਦ ਨਸੀਬ, ਜੇ ਸਾਨੂੰ ਸਤਿਪੁਰਸ਼ਾਂ ਦੀ ਸੰਗਤ ਪ੍ਰਾਪਤ ਹੋ ਜਾਵੇ ਤੇ ਕਿਤੇ ਇਹ ਬਹੁਤ ਨੇਕੀ ਦੇ ਕਰਮ ਕੀਤੇ ਹੁਣ ਤਾਂ ਕਿਤੇ ਪ੍ਰਾਪਤ ਹੁੰਦੀ ਹੈ। ਸੋਹਬਤੇ ਨੇਕਾਂ ਅਗਰ ਬਾਸ਼ਦ ਨਸੀਬ, ਦੌਲਤੇ ਜਾਵੀਦ ਯਾਬੀ ਹੈ ਹਬੀਬ। ਇਹੋ ਜੀ ਦੌਲਤ ਹੈ ਅਮਰ ਦੌਲਤ ਜਿਹੜੀ ਕਦੇ ਨਾਸ਼ ਨਹੀਂ ਹੁੰਦੀ। ਸੋ ਸਾਧ ਸੰਗਤ ਜੀ, ਇੱਕ ਜ਼ਰੂਰੀ ਬੇਨਤੀ ਕਰਨ ਵਾਸਤੇ ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਪਹੁੰਚੇ ਹਾਂ। ਆਪ ਸਭ ਸੰਗਤਾਂ ਦੇ ਬੱਚਿਆਂ ਨੂੰ ਸਲਾਮ ਕਰਦੇ ਹਾਂ, ਜੋ ਬੱਚੇ ਗੁਰਮਤ ਕੈਂਪਾਂ ਦੇ ਵਿੱਚ ਰੋਜ਼ਾਨਾ ਭੱਜ ਕੇ ਆਉਂਦੇ ਨੇ। ਗੁਰਮਤ ਕੈਂਪ ਜਿਹੜੇ ਦਿੱਲੀ ਕਮੇਟੀ ਦੁਆਰਾ ਲਗਭਗ ਦਿੱਲੀ ਦੀਆਂ 40 ਜਗ੍ਹਾਵਾਂ 'ਤੇ ਲਗਾਏ ਗਏ ਨੇ, ਅਲੱਗ-ਅਲੱਗ ਥਾਵਾਂ 'ਤੇ, ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਗੁਰਮਤ ਦ੍ਰਿੜ ਕਰਾਈ ਜਾਂਦੀ ਹੈ, ਗੁਰਮਤ ਦਾ ਪ੍ਰਚਾਰ ਕੀਤਾ ਜਾਂਦਾ ਹੈ, ਪੰਜਾਬੀ ਪੜ੍ਹਾਈ ਜਾਂਦੀ ਹੈ। ਇੱਕ ਛੋਟਾ ਜਿਹਾ ਉਪਰਾਲਾ ਹੈ ਦਿੱਲੀ ਕਮੇਟੀ ਵੱਲੋਂ ਤਾਂ ਕਿ ਧਰਮ ਦਾ ਪ੍ਰਚਾਰ ਕਰ ਸਕੀਏ। ਉਹਨਾਂ ਬੱਚਿਆਂ ਨੂੰ ਅਸੀਂ ਸਲਾਮ ਕਰਦੇ ਹਾਂ ਜਿਹੜੇ ਕਿ ਛੁੱਟੀਆਂ ਦੇ ਵਿੱਚ ਕਿਤੇ ਘੁੰਮਣ ਨਹੀਂ ਗਏ, ਕਿਤੇ ਆਪਣੇ ਨਾਨੀਆਂ ਦੇ ਨਾਨਕੇ ਘੁੰਮਣ ਨਹੀਂ ਗਏ, ਉਹਨਾਂ ਨੇ ਗੁਰਮਤ ਕੈਂਪ ਨਹੀਂ ਛੱਡੇ। ਉਹ ਰੋਜ਼ਾਨਾ ਗੁਰਮਤ ਕੈਂਪ ਵਿੱਚ ਆਉਂਦੇ ਨੇ ਔਰ ਆ ਕੇ ਗੁਰਮਤ ਦਾ ਗਿਆਨ ਲੈਂਦੇ ਨੇ। ਸੋ ਜਿਹੜੇ ਬੱਚੇ ਜਾਂ ਜਿਹੜੀਆਂ ਸੰਸਥਾਵਾਂ 'ਤੇ ਜਾਂ ਜਿਹੜੀਆਂ ਸਿੰਘ ਸਭਾਵਾਂ 'ਚ ਹਲੇ ਤੱਕ ਇਹ ਪ੍ਰਚਾਰ ਨਹੀਂ ਹੋ ਸਕਿਆ, ਜਿਹੜੀਆਂ ਸਿੰਘ ਸਭਾਵਾਂ ਨੇ ਹਲੇ ਇਹ ਉਪਰਾਲਾ ਨਹੀਂ ਕੀਤਾ, ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ 26 ਤਰੀਕ ਨੂੰ ਅਗਲੇ ਐਤਵਾਰ 26 ਤਰੀਕ ਅਗਲੇ ਐਤਵਾਰ ਸਵੇਰੇ 9 ਵਜੇ ਤੋਂ 12 ਵਜੇ ਤੱਕ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਲੱਖੀ ਸ਼ਾਹ ਵਣਜਾਰਾ ਹਾਲ ਦੇ ਵਿੱਚ ਦੀਵਾਨ ਸਜਣਗੇ, ਗੁਰਮਤ ਕੈਂਪ ਲੱਗਣਗੇ ਫਾਈਨਲ ਜੋ, ਉਹਦੇ ਵਿੱਚ ਸਾਰਿਆਂ ਬੱਚਿਆਂ ਨੂੰ ਤੁਸੀਂ ਜ਼ਰੂਰ ਭੇਜੋ। ਜਦੋਂ ਆਪਾਂ ਵੀ ਗੁਰਾਂ ਨੂੰ ਜਵਾਬ ਦੇਣਾ ਹੈ ਕਿ ਜਦੋਂ ਸਿੱਖੀ ਦਾ ਮਹਿਲ ਉਸਾਰਿਆ ਜਾ ਰਿਹਾ ਸੀ ਤੇ ਉਦੋਂ ਸਾਡਾ ਕੀ ਯੋਗਦਾਨ ਸੀ। ਜਦੋਂ ਸਿੱਖੀ ਦਾ ਜੇ ਆਪਾਂ ਸਿੱਖੀ ਦਾ ਮਹਿਲ ਉਸਾਰਨਾ ਹੋਵੇ ਸਾਰਿਆਂ ਨੇ ਮਿਲ ਕੇ ਤੇ ਆਪਾਂ ਇੱਕ ਇੱਟ ਵੀ ਨਾ ਲਵਾਂਗੇ। ਤੇ ਜੇ ਤੁਹਾਡੇ ਬੱਚੇ ਇੱਕ ਵੀ ਬੱਚਾ ਤੁਹਾਡਾ ਗੁਰਮਤ ਦ੍ਰਿੜ ਕਰ ਲੈਂਦਾ, ਸਿੱਖੀ ਦੇ ਵਿੱਚ ਆ ਜਾਂਦਾ, ਤਾਂ ਸਮਝ ਲਓ ਸਾਡੀ ਉਸ ਮਹਿਲ ਦੇ ਵਿੱਚ ਇੱਕ ਇੱਟ ਲੱਗ ਗਈ ਆ। ਸੋ ਮੈਂ ਬੇਨਤੀ ਕਰਦਾ, ਜਿੱਥੇ ਆਪਾਂ ਆਪਣੇ ਬੱਚਿਆਂ ਦੇ ਵਿੱਚ ਦੇਖਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਚੇਨਾ 'ਚ ਆਪਣਾ ਜੋਰਾਵਰ ਸਿੰਘ ਫਤਿਹ ਸਿੰਘ ਦੇਖਦੇ ਨੇ, ਤੇ ਉੱਦਾਂ ਹੀ ਸਾਡੀਆਂ ਮਾਤਾਵਾਂ ਭੈਣਾਂ ਦੇ ਵਿੱਚ ਵੀ ਆਪਾਂ ਵੇਖੀਏ, ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੇ ਠੰਡੇ ਬੁਰਜ ਦੇ ਵਿੱਚ ਵੀ ਬੱਚਿਆਂ ਨੂੰ ਸਿੱਖੀ ਦ੍ਰਿੜ ਕਰਾਈ, ਤੇ ਆਪਾਂ ਅੱਜ ਏਸੀਆਂ ਦੇ ਵਿੱਚ ਬਹਿੰਦੇ ਹਾਂ, ਹੀਟਰਾਂ ਦੇ ਵਿੱਚ ਬਹਿੰਦੇ ਹਾਂ, ਤੇ ਫਿਰ ਵੀ ਜੇ ਆਪਾਂ ਆਪਣੇ ਬੱਚਿਆਂ ਨੂੰ ਸਿੱਖੀ ਬਾਰੇ ਨਹੀਂ ਦੱਸ ਸਕਦੇ ਤੇ ਸਾਡੀ ਬਹੁਤ ਵੱਡੀ ਬਦਕਿਸਮਤੀ ਹੈ ਇਹਦੇ ਵਿੱਚ। ਸੋ ਜਿੰਨੇ ਵੀ ਬੱਚੇ ਨੇ ਸਾਡੇ ਗੁਰਸਿੱਖਾਂ ਦੇ, ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਭਾਵੇਂ ਉਹਨਾਂ ਦਾ ਰਜਿਸਟ੍ਰੇਸ਼ਨ ਹੋਇਆ ਜਾਂ ਨਹੀਂ ਹੋਇਆ, ਤੁਸੀਂ ਅਗਲੇ ਐਤਵਾਰ ਨੂੰ ਲੱਖੀ ਸ਼ਾਹ ਵਣਜਾਰਾ ਹਾਲ ਦੇ ਵਿੱਚ ਜ਼ਰੂਰ ਆਪਣੇ ਬੱਚਿਆਂ ਨੂੰ ਭੇਜਿਆ ਜੀ। ਆਪਾਂ ਹੱਥ ਬੰਨ੍ਹ ਕੇ ਆਪ ਸਭ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ। ਵੈਸੇ ਲਗਭਗ 4000 ਬੱਚਿਆਂ ਨੇ ਦਿੱਲੀ ਦੇ ਵਿੱਚ ਇਹਦੇ ਵਿੱਚ ਪਾਰਟਿਸਿਪੇਟ ਕੀਤਾ। ਬਹੁਤ ਬੱਚੇ ਉਹਦੇ ਵਿੱਚ ਆਉਣਗੇ। ਸਾਡਾ ਇੱਕ ਉਪਰਾਲਾ ਹੀ ਹੈ ਕਿ ਬੱਚਿਆਂ ਦਾ ਉਤਸ਼ਾਹ ਵਧਾਈਏ, ਆਪਣੀ ਗੁਰਸਿੱਖੀ ਦੇ ਬਾਰੇ ਉਹਨਾਂ ਨੂੰ ਦੱਸਣਾ ਕਰੀਏ, ਤਾਂ ਕਿ ਅਗਲੇ ਸਾਲ ਤੋਂ ਹੋਰ ਵੱਧ ਚੜ ਕੇ ਆਪਾਂ ਇਸ ਪ੍ਰਚਾਰ ਨੂੰ ਵਧਾ ਸਕੀਏ। ਆਸ ਹੈ ਬੇਨਤੀਆਂ ਪ੍ਰਵਾਨ ਕਰੋਗੇ। ਸੋ ਮੈਂ ਹੁਣ ਗਿਆਨੀ ਸਾਹਿਬ ਸਿੰਘ ਜੀ ਨੂੰ ਬੇਨਤੀ ਕਰਾਂ, ਜੋ ਲੜੀਵਾਰ ਕਥਾ ਚੱਲ ਰਹੀ ਹੈ ਉਹਦੇ ਆਪ ਸਭ ਸੰਗਤਾਂ ਦੇ ਨਾਲ ਆਪ ਸਭ ਸੰਗਤਾਂ ਨੂੰ ਨਿਹਾਲ ਕਰਨਗੇ, ਕਥਾ ਦੁਆਰਾ ਆਪਣੇ ਬਚਨ ਸਾਂਝੇ ਕਰਨਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇਕ ਸ਼ਰਨ। ਮਿਲੈ ਦਾਨ ਸੰਤਰੇ ਜਹ ਲਗ ਭੋਜਨ ਤਰਨ। ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇਕ ਸ਼ਰਨ। ਮਿਲੈ ਦਾਨ ਸੰਤਰੇ ਜੇ ਲਗ ਭੋਜਨ ਤਰਨ। ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ। ਦੇਹੋ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੇ। ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਕਹਾਂ ਤੁਛ ਪ੍ਰਭ ਬੁੱਧ ਹਮਾਰੀ ਬਰਨ ਸਕੇ ਮਹਿਮਾਨ ਜੋ ਤਿਹਾਰੀ। हम ना सकत कर सिफत तुम्हारी आप ले हो तुम कथा सुधारी। जेता जियो पिंड सब तेरा तू अंतर जामी पुरख भगवान। दासन दास कह जन नानक जेहा तू कराए ਤਿਆ ਹੋਂ ਕਰੀ ਵਖਿਆਨ। ਜਿਹਾ ਤੂੰ ਕਰਾਏ ਤਿਆ ਹੋਂ ਕਰੀ ਵਖਿਆਨ। ਜਾਗਦੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਸਮੁੱਚੇ ਦੇਸ਼ ਅਤੇ ਵਿਦੇਸ਼ਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਲੜੀਵਾਰ ਵਿਚਾਰ ਸ਼ਰਵਣ ਕਰਨ ਵਾਸਤੇ ਹਾਜ਼ਰੀ ਭਰ ਰਹੀ ਸਾਧ ਸੰਗਤ ਜੀਓ। ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਪ੍ਰਸੰਨਤਾ ਦੀ ਗੱਲ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਮੁੱਖ ਸੇਵਾਦਾਰ ਜੀ ਨੇ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਪ੍ਰੇਰਨਾ ਦਾ ਸਦਕਾ ਜੋ ਉਦਮ ਆਰੰਭਿਆ ਹੈ, ਕਿਉਂਕਿ ਪਿਛਲੀ ਵਾਰੀ ਜਦੋਂ ਗੁਰਮੁਖੀ ਦਿਵਸ ਮਨਾਇਆ ਸੀ ਉਦੋਂ ਵੀ ਦਾਸ ਹਾਜ਼ਰ ਸੀ। ਸੱਚਮੁੱਚ ਕਿਸੇ ਸਿਆਣੇ ਨੇ ਕਿਹਾ हिम्मत करे इंसान तो क्या हो नहीं सकता। ऐसा कौन सा मसला है जो हल हो नहीं सकता। सचमुच जे असी अपनियां होर राजनीतिक बिरतियां नूं छड्ड के गुरु नूं समर्पित हो के गुरु का कारज करिए फिर गुरु आप सहाई होता है, फिर गुरु आप अगवाई बख्शता है। सो मैं दिल्ली गुरुद्वारा प्रबंधक कमेटी नूं और विशेष तौर पर धर्म प्रचार कमेटी के चेयरमैन साहब उन्हां दी टीम नूं ਵਧਾਈ ਦਿੰਦਾ ਹਾਂ
ਅਤੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਉਹਨਾਂ ਲਈ ਅਰਦਾਸ ਕਰਦਾ, ਹੇ ਸਤਿਗੁਰੂ, ਜਿਵੇਂ ਭਗਤ ਕਬੀਰ ਜੀ ਨੇ ਕਿਹਾ, ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਓੜ, ਹੀਰਾ ਕਿਸ ਕਾ ਵਾਪਰਾ ਪੁਜੈ ਨ ਰਤਨ ਕਰੋੜ। ਜਿਹੋ ਜੀ ਇਹਨਾਂ ਨੇ ਸੇਵਾ ਆਰੰਭ ਕੀਤੀ ਹੈ, ਜੇ ਅਖੀਰ ਤੱਕ ਇਵੇਂ ਨਿਭ ਜਾਏ ਤੇ ਹੀਰਾ ਕੀ ਮੁਕਾਬਲਾ ਕਰੇਗਾ, ਕਰੋੜਾਂ ਰਤਨ ਵੀ ਨਹੀਂ ਮੁਕਾਬਲਾ ਕਰ ਸਕਦਾ। तो खैर मैं इस समय बहुता समा नहीं लाना, जो मेरी ड्यूटी लगी है मैं उसका पालन करना। आओ सारे जुड़ो, एक मन एक चित होवो ते सब तो पहला बेनती करिए। की बेनती करिए? अपनी भगति लाए, अपनी भगति लाए, क्योंकि साध संगत अज ऐतवार है, कुदरती संडे वाले दिन संगतां दी हाज़री बहुत होती, क्योंकि कारोबार बंद होंदे ने ते सब दे चित्त विच आ हुंदा। ये ठीक है कि थोड़ी जी एकाग्रता घट जाती है, क्योंकि नवीं नवीं संगतां आउंदियां ने, कोई गली बाती करदा है, कईयां नूं इत्थे दी मर्यादा दा पता नहीं हुंदा। कई बारी सेवादारां नूं दसना पैंदा भी इउं करो इउं करो, पर फिर भी एकाग्रता तो बिना गल नहीं बनती। तो मैं बेनती करांगा, जिथे जिथे भी बैठे हो हथ जोड़ो, नेत्र मूंदो ते गुरु पातशाह जी नूं हाज़र नाज़र जान के बेनती करो, अपनी भगति लाए, अपनी भगति लाए। गुरबाणी कोई औखी नहीं है, थोड़े जे प्रेम की लोड़ है। अखरी अर्थ तुसी समझ गए, हे सतगुरा, हे वाहगुरू, सानू अपनी भगती विच ला दो। होर काम तो असी बहुत करते हैं, कोई नौकरी करता है, कोई चाकरी करता है, कोई व्यापार करता है, कोई कुछ करता है, कोई कुछ करता है, पर आ काम जिहड़ा करन वास्ते आए हैं, भई प्राप्त मानुख देहोरिया गोबिंद मिलन की इत। असी बहुत दुनिया फिर के आए हैं। बाणी च लिखिया, कई जन्म बह कीत पतंगा, कई जन्म गज मीन कुरंगा, कई जन्म पंखी सर्प होयो, कई जन्म हैवर वृख जोयो, मिल जगदीश मिलन की भरिया, चिरंकार ए देह संजरी। इसलिए बेनती करिए, फिरत फिरत प्रभ आया, फिरत फिरत प्रभ आया। ये ध्यान रखना कि प्रभ फिरदा नहीं आया, असी फिरदे आए। इत्थे प्रभ दा पब्बा मुक्ता है। प्रभ नूं संबोधन करना है, प्रभु मैं कई दुनिया का चक्कर कट कट के आया ते हुण मैनू मनुखा जन्म तुसी बख्शिया। परया तो शरनाए, परया तो शरनाए। जे वाहगुरू कृपा करे पुछ लवे, दस बई की चाहुंदा है, फिर असी ये अरदास करनी है, नानक की प्रभ बेनती, नानक की प्रभ बेनती। अपनी भक्ति लाए, अपनी भक्ति लाए। भगत रविदास जी ने भी किया है, प्रभु
बहुत जन्म बिछड़े थे माधो, बहुत जन्म बिछड़े थे माधो। ए जन्म तुम्हारे लेखे, ए जन्म तुम्हारे लेखे। कह रविदास आस लग जीवो, कह रविदास आस लग जीवो। जीवो नहीं कहना, जीवो। ये फर्स्ट पर्सन है, उड़े नूं औंकड़ मैं ये आस ला के जी रहा कि मेरे ते कृपा कर दियो। कह रविदास आस लग जीवो, कह रविदास आस लग जीवो। चिर भयो दर्शन देखे, चिर भयो दर्शन देखे। अज जिस शब्द का पाठ सिंह साहब ने किया है, राग गुजरी है। असी कई बारी अनजान पुणे में गुजरी कह देना। ठीक है, गुजरी माता जी का नाम गुजर कौर सी। गुजरी गुजर दे घर वाली नूं भी कहते हैं, पर इत्थे गुजरी है। इनू गग्गे नूं दो अंकड़ ला के बोलना, गुजरी नहीं कहना। राग गुजरी महला चौथा। चौथे पातशाह गुरु रामदास जी के मुखार बिंतो उचारण किया, ये पावन शब्द है। गुरु रामदास जी का जीवन पढ़ के देखो, उन्होंने अंदर गुरु भगती परमेश्वर भगती डुल डुल के पैंदी। मैं हमेशा बेनती करदा, जिहड़े गुरु पातशाह के मुखार बिंतो उचारण किया होया कोई बचन असी विचारते हैं ना, थोड़ा जिहा उन्होंने जीवन ते एक नज़र मारिया करो, जिन्हों असी पंछी झात कहने, थोड़ी जी नज़र। गुरु रामदास जी का प्रकाश लाहौर चूना मंडी भाई हरदास जी के घर माता दया कौर जी कुखों होया। बचपन विच ही पिता का साया माता का साया उठ गया। जिस बच्चे के सिर तो माता पिता का साया उठ जाए वो फिर यतीम हो जाता। उन्हां दी बिरध नानी वो भी विधवा सी, पर हुण बच्चे की टेक या नानके या दादके, दादके परिवार विचों किसी ने बांह नहीं फड़ी, ते उन्हां दी बिरध नानी जो पिंड बासर के च रहिंदी सी, वो अपने दोते नूं नाल ले आई। कई इतिहासकारां ने लिखिया उन्हां दी एक छोटी भैन या भरा होर भी सन, पर क्योंकि गुरु रामदास जी का असी जिक्र कर रहे हैं, यही नगर बासर के गुरु अमरदास जी का। अज साडा भाईचारा जिहड़ा ना, उहदे च बड़ा कोरापन आ गया। पहला ये नहीं सी। पहला पिंड की धी नूं सारा पिंड अपनी धी समझदा सी, पिंड की नूह नूं अपनी नूह समझिया जांदा सी, पिंड के दोतरे नूं सारा पिंड अपना दोतरा समझदा सी। जदों पता लगा जेठा जी दे माता पिता चले गए ने, उन्हां दी बिरध नानी लैके बासर के आई है। कहते ने श्री गुरु अमरदास जी भी गोइंदवाल साहिब तो चल के माता नाल हमदर्दी करन लई ते बच्चे नूं प्यार देण लई बासर के आए। उन्होंने हथ रखिया, जेठा जी दे सिर दे उत्ते अपनी मेहर दा हथ रखिया।
याद रखो जदों गुरु दा हथ किसी दे सिर ते आ जाए, समर्थ गुरु सिर हथ धरियो। जदों समर्थ गुरु दा हथ किसी दे सिर ते आ जाए, फिर गुर कृपा करी हर नाम दियो, जिस देख चरण अघन हरियो। गुरु दा शब्द बड़ा कीमती। मैं सारी रात सोचता रहा, साडे जीवन विच गुरु दा की स्थान है। भट्ट साहिबान कहते ने, गुर बिन घोर अंधार, गुरु बिन समझ ना आवे। गुर बिन सुरत न सिद्ध, गुरु बिन मुक्त न पावे। गुर कर सच विचार, गुरु कर रे मन मेरे। गुर कर शब्द सपुन, अगन कटै तब तेरे। गुर नयन बैन, गुर गुर करो, गुर सत कब नल कहे। जिन गुरु न देखियो, न कियो ते अकथ संसार। साडे बजुर्गों ने तत् कढ़ लिया, गुरु बिना गत नहीं, शाह बिना पत नहीं। मैं बच्चा एक मेरे नाल आया रुपिंदर सिंह, उन्होंने सहस्कृति श्लोक पढ़ा रहा था। ਉਹਦੇ ਵਿੱਚ भी पातशाह ने कहा, गुरमंत्र हीणस्य जो प्राणी, त्रिगंत जन्म भ्रष्टना। कूकरा शूकरा गर्दबा काका सरपना तुल खरा। वो मूर्ख ਜਿਹੜਾ गुरु की शरण ਵਿੱਚ नहीं आया, ਉਹਦਾ जीवन कुत्ते वर्गा। मैं नहीं कह रहा, गुरु पातशाह कह रहे, गुरु अर्जन देव जी कह रहे हैं। गुरमंत्र हीणस्य जो प्राणी। साढ़े विचों कई 50-50 साल दे हो गए ने, हाली जी अमृत छकन का मन नहीं बनिया। वो कदों छकोगे? जदों तुर जाओगे। देर ना करो। भाई वीर सिंह जी ने ठीक है, रही वास्ते कत, समय ने एक न मन्नी। फड़ फड़ रही तरीक, समय किसकाई कन्नी। तिखे अपने वेग गया टप बनो बन्नी। मैं किमें न सकी रोक, अटक जो पाई भन्नी। हो संभल कर सफल इस समय नूं। ये समा उडंदा जामदा, ये ठहरन जाच न जानदा। लंघ गया ना मुड़ के आमदा। देर ना करो, देर ना करो। भाई जेठा जी ने गुरु अमरदास जी की कृपा के पात्र होके की कुछ नहीं प्राप्त किया। वो भाई जेठा जिहड़े यतीम हन, पर जदों गुरु की रहमत हो गई, गुरु अमरदास जी ने उन्हां ते बड़ी कृपा की। वो कुंगड़ियां बेचण वाला यतीम अज गुरु की कृपा का पात्र हो गया। गुरु ने अपनी सेवा विच भी लाया, अपनी बच्ची बीबी भानी का रिश्ता भी दिता, और उन्हां दी सेवा भाव नूं देख के उन्हां नूं गुरता गद्दी का वारस भी बनाया। ते अज जाओ श्री अमृतसर साहिब, लखां की गिणती विच लोग लंगर छकते ने ते की कहते ने, धन गुरु रामदास, धन गुरु रामदास, धन गुरु रामदास। ऐसे गुरु रामदास जी नूं जदों वो सेवा कर रहे सन, गुरु अमरदास जी ने पूछा, हे रामदास की दईए तुहानूं, की चाहिए तुहानूं? साध संगत समा बड़ा संखेप हुंदा है, समय विच रह के गल करनी बड़ी जरूरी है। अज असी गुरु कोल आंदे हाँ, साडियां अरदासां, साडियां बेनतियां मैनूं पता की हुंदियां ने। साडा कारोबार चले, साडा वीज़ा लग जाए, साडा मुंडा विदेश चला जाए, साडी कुड़ी दा विआह इत्थे तक ही रह गए। पर गुरु रामदास जी नूं जदों पुछया की दईए, ते गुरु रामदास जी ने पता की आख्या, मेरे मीत गुरदेव। ध्यान रखो, बिरती नूं टकाओ। गुरु मित्र भी है साडा, गुरदेव भी है, ते गुरु तो वड्डा होर कोई रिश्ता भी नहीं। सतगुर मेरा मार जिवाले। सतगुरु तो नवी जिंदगी बख्श दिंदा है।
ਸਤਿਗੁਰੂ ਤੇ ਟੁੱਟਿਆਂ ਨੂੰ ਜੋੜ ਦਿੰਦਾ ਹੈ, ਸਤਿਗੁਰੂ ਭੁੱਲਿਆਂ ਨੂੰ ਸਿੱਧੇ ਰਸਤੇ ਪਾਉਂਦਾ ਹੈ। ਐਵੇਂ ਥੋੜ੍ਹਾ ਕਿਹਾ ਪਾਤਸ਼ਾਹ ਨੇ, ਜੇ 100 ਚੰਦਾ ਉਗਮੈ ਸੂਰਜ ਚੜ੍ਹੇ 1000, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਕਈ ਮਨਮਤੀਏ ਅੱਜ ਵੀ ਕਹਿੰਦੇ ਨੇ ਨਹੀਂ ਜੀ ਅੰਮ੍ਰਿਤ ਛਕਣ ਨਾਲ ਕੀ ਹੋਵੇਗਾ, ਗੁਰਦੁਆਰੇ ਜਾਣ ਨਾਲ ਕੀ ਹੋਵੇਗਾ। ਉਹਨਾਂ ਬਾਰੇ ਵੀ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਆਂਦੇ ਨਹੀਂ ਸਭ ਕੁਝ ਜਾਣਦੇ ਹਾਂ, ਪਰ ਉਹਨਾਂ ਦੀ ਹਾਲਤ ਪਤਾ ਕੀ ਹੁੰਦੀ, ਛੁੱਟੇ ਤਿਲ ਬੁਆੜ ਜਿਉਂ ਸੁਣਿਏ ਅੰਦਰ ਖੇਤ, ਖੇਤੈ ਅੰਦਰ ਛੁੱਟਿਆਂ ਕਹੋ ਨਾਨਕ ਸੌ ਨਾ। ਇੱਥੇ ਨਾ ਦਾ ਮਤਲਬ ਹੈ ਖਸਮ, ਉਹਨਾਂ ਦੇ ਫਿਰ 100 ਖਸਮ ਬਣਦੇ। ਮੈਂ ਤਾਂ ਕਿਹਾ ਕਰਦਾ, ਜਿਸ ਮੁੰਡੇ ਕੁੜੀ ਦਾ ਵਿਆਹ ਹੋ ਜਾਏ ਉਹਦੇ ਵਾਸਤੇ ਫਿਰ ਕਿਸੇ ਵਰ ਲੱਭਣ ਦੀ ਲੋੜ ਨਹੀਂ ਹੁੰਦੀ। ਜਿਹੜਾ ਗੁਰੂ ਨਾਲ ਜੁੜ ਗਿਆ ਉਹਨੂੰ ਕਿਸੇ ਹੋਰ ਪਾਸੇ ਝਾਕਣ ਦੀ ਲੋੜ ਨਹੀਂ। ਪਰ ਜਿਹੜੇ ਬੇਖਸਮੇ ਹੀ ਤੁਰੇ ਫਿਰਦੇ ਨੇ ਉਹਨਾਂ ਦੇ 100 ਖਸਮ ਬਣਦੇ। ਫਲੀਆਂ ਫੁਲੀਆਂ ਬੱਪੜੇ ਪੀਤਨ ਵਿੱਚ ਸੁਆਹ, ਉਹਨਾਂ ਵਿੱਚ ਕੋਈ ਦੈਵੀ ਗੁਣ ਪੈਦਾ ਨਹੀਂ ਹੁੰਦੇ। ਇਸ ਲਈ ਗੁਰੂ ਰਾਮਦਾਸ ਜੀ ਤੋਂ ਸਿੱਖਿਆ ਲਈ ਜਦੋਂ ਗੁਰੂ ਦੇ ਦਰ 'ਤੇ ਆਈਏ, ਹੋਰ ਚੀਜ਼ਾਂ ਮੰਗਣ ਦੀ ਬਜਾਏ ਇਹ ਅਰਦਾਸ ਕਰੀਏ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਹੈ ਮੇਰੇ ਮਿੱਤਰ, ਹੈ ਮੇਰੇ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ। ਮੇਰੇ ਅੰਦਰ ਉਸ ਰਮੇ ਹੋਏ ਰਾਮ ਦੇ ਨਾਮ ਦਾ ਪ੍ਰਕਾਸ਼ ਕਰ ਦਿਓ, ਤਾਂ ਜੋ ਮੈਂ ਹਰ ਵੇਲੇ ਉਸ ਪਰਮਾਤਮਾ ਦਾ ਸਿਮਰਨ ਕਰਾਂ। ਲੋਕ ਗਿਣਤੀਆਂ ਮਿਣਤੀਆਂ ਵਿੱਚ ਸਿਮਰਨ ਕਰਦੇ ਨੇ, ਰਾਮ 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 ਏਕ, ਰਾਮ 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 ਦੋ। ਨਹੀਂ, ਗੁਰਬਾਣੀ ਕਹਿੰਦੀ ਹੈ ਉਠਤ ਬੈਠਤ ਸੋਭਤ ਧਿਆਈ ਹੈ, ਉਠਤ ਬੈਠਤ ਸੋਭਤ ਧਿਆਈ ਹੈ। ਮਾਰਗ ਚਲਤ ਹਰੇ ਹਰ ਗਾਈਐ, ਮਾਰਗ ਚਲਤ ਹਰੇ ਹਰ ਗਾਈਐ। ਰੋਜ਼ ਸੁਖਮਨੀ ਸਾਹਿਬ 'ਚ ਪੜ੍ਹਦੇ ਹਾਂ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਅਨਿਤ ਤਿਆਗੋ ਤਰੰਗ, ਸੰਤ ਜਨਾਂ ਕੀ ਧੂਰ ਮਨ ਮੰਗ। ਇਹ ਜਿਹੜੀਆਂ ਅਨਿਤ ਨਾ ਰਹਿਣ ਵਾਲੀਆਂ ਚੀਜ਼ਾਂ ਨੇ ਨਾ, ਇਹਨਾਂ ਦੇ ਪਿੱਛੇ ਨਾ ਲੱਗੋ, ਇਹਨਾਂ ਦੀ ਮੰਗਣ ਦਾ ਕੋਈ ਫਾਇਦਾ ਨਹੀਂ। ਥੋੜ੍ਹੇ ਦਿਨ ਹੋਏ, ਇੱਕ ਗੁਰੂ ਪਿਆਰੇ ਹਰਿਆਣੇ ਵਿੱਚ ਇੱਕ ਪਿੰਡ ਹੈ ਰਸੀਦਾਂ, ਉਹਨਾਂ ਨੂੰ ਗਿਆਨੀ ਜੀ ਕਹਿੰਦੇ ਨੇ। ਉਹ ਵੀ ਆਏ ਅਤੇ ਉਹਨਾਂ ਦਾ ਭਤੀਜਾ ਵੀ ਨਾਲ ਆਇਆ। ਮੈਂ ਉਸ ਬੱਚੇ ਨੂੰ ਕਿਹਾ, ਮੈਂ ਕਿਹਾ ਬੇਟਾ ਤੂੰ ਇਹਨਾਂ ਦਾ ਭਤੀਜਾ ਹੈ ਅਤੇ ਤੂੰ ਕੇਸਾਂ ਦੀ ਬੇਅਦਬੀ ਕੀਤੀ ਹੋਈ। ਆਂਦਾ ਜੀ ਕੀ ਕਰੀਏ, ਲਾਲਚੀ ਬੰਦੇ ਹਾਂ, ਇਹ ਹੈ ਉਹ ਹੈ, ਜਿਵੇਂ ਹਰ ਬੰਦੇ ਨੂੰ ਆਦਤ। ਮੈਂ ਕਿਹਾ ਇੱਕ ਪੌੜੀ ਯਾਦ ਕਰ, ਮੰਮਾ ਮੰਗਣ ਹਾਰ ਏਆਨਾ, ਦੇਨ ਹਾਰ ਦੇ ਰਿਓ ਸੁਜਾਨਾ, ਜੋ ਦੀਨੋ ਸੋ ਏਕੈ ਬਾਰ, ਮਨ ਮੂਰਖ ਕਾਂ ਕਰੈ ਪੁਕਾਰ, ਜੋ ਮੰਗੈ ਤੋ ਮੰਗੈ ਬੀਆ, ਜਾਤੇ ਕੁਸ਼ਲ ਨ ਕਾਹੂ ਥੀਆ, ਮੰਗਣ ਮੰਗ ਤਾਂ ਏਕੈ ਮੰਗ, ਨਾਨਕ ਜਾਂਤੇ ਪਰੈ ਪਰਾਗ। ਫਿਰ ਆਂਦਾ ਜੀ ਮੈਨੂੰ ਇਹਦੇ ਅਰਥ ਵੀ ਸਮਝਾਓ। ਮੈਂ ਅਰਥ ਵੀ ਸਮਝਾ ਦਿੱਤੇ। ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਮੰਗਣ ਵਾਲਾ ਜੀਵ ਅਜਾਣਾ ਹੈ, ਦੇਣ ਵਾਲਾ ਪਰਮਾਤਮਾ ਸਿਆਣਾ ਹੈ। ਕਿਤਨਾ ਸਿਆਣਾ ਹੈ, ਜੋ ਦੀਨੋ ਸੋ ਏਕੈ ਬਾਰ। ਜੋ ਉਹਨੇ ਦੇਣਾ ਨਾ, ਉਹਨੇ ਜਨਮ ਤੋਂ ਲੈ ਕੇ ਮਰਨ ਤੱਕ ਦਾ ਦੇ ਦਿੱਤਾ ਹੈ। ਸਾਡੇ 'ਚ ਕਮੀ ਹੈ,
ਅਸੀਂ ਲੋੜ ਤੋਂ ਵੱਧ ਮੰਗਦੇ ਹਾਂ, ਸਮੇਂ ਤੋਂ ਪਹਿਲਾਂ ਮੰਗਦੇ ਹਾਂ। ਇੱਥੇ ਆ ਕੇ ਕੰਮ ਅੜ ਜਾਂਦਾ। ਮੈਂ ਤੇ ਸੌਖੇ ਜਿਹੇ ਤਰੀਕੇ ਨਾਲ ਸਮਝਾਉਣਾ ਵੀ ਜਿਵੇਂ ਬੱਚਾ ਛੋਟਾ ਹੋਵੇ 10 ਸਾਲ ਦਾ 12 ਸਾਲ ਦਾ, ਮਾਂ ਪਿਓ ਬੜੇ ਅਮੀਰ ਨੇ, ਉਹ ਕਹੇ ਬਾਪੂ ਜੀ ਪਾਪਾ ਜੀ ਅੰਕਲ ਮੈਨੂੰ ਤੁਸੀਂ ਮੋਟਰਸਾਈਕਲ ਲੈ ਦਿਓ, ਉਹ ਨਹੀਂ ਲੈ ਕੇ ਦਿੰਦੇ, ਆਂਦੇ ਹਾਲੀ ਇਹ ਛੋਟਾ ਹੈ, ਇਹਨੂੰ ਲੋੜ ਨਹੀਂ। ਪਰ ਜਦੋਂ ਵੱਡਾ ਹੁੰਦਾ ਉਹਦੇ ਕੋਲ ਕਾਰਾਂ ਵੀ ਆ ਜਾਂਦੀਆਂ ਨੇ। ਅਸੀਂ ਸਮੇਂ ਤੋਂ ਪਹਿਲਾਂ ਮੰਗਦੇ ਹਾਂ, ਲੋੜ ਤੋਂ ਜ਼ਿਆਦਾ ਮੰਗਦੇ। ਭਰੋਸਾ ਕਰੋ, ਗੁਰਬਾਣੀ ਕਹਿੰਦੀ ਮੰਮਾ ਮੰਗਣਹਾਰ ਇਆਨਾ, ਦੇਨਹਾਰ ਦੇ ਰਹਿਓ ਸੁਜਾਨਾ, ਜੋ ਦੀਨੋ ਸੋ ਏਕੈ ਬਾਰ, ਮਨ ਮੂਰਖ ਕਹਾਂ ਕਰੈ ਪੁਕਾਰ। ਉਹ ਮੂਰਖ ਮਨਾ ਕਿਉਂ ਹਰ ਵੇਲੇ ਤੂੰ ਲਿਲਕਣੀਆਂ ਲੈ, ਨਾ ਮੰਗਿਆ ਕਰ। ਉਹਨੇ ਜੋ ਦੇਣਾ ਸਮੇਂ ਸਿਰ ਦੇ ਦੇਣਾ। ਪਰ ਨਹੀਂ, ਅਸੀਂ ਹਟਦੇ ਨਹੀਂ। ਗੁਰਬਾਣੀ ਕਹਿੰਦੀ ਭਾਈ ਜੇ ਮੰਗਣਾ ਹੈ, ਮੰਗਣ ਮੰਗ ਤਾਂ ਏਕੈ ਮੰਗ, ਮੰਗਣ ਮੰਗ ਤਾਂ ਏਕੈ ਮੰਗ। ਨਿਰਾ ਸੁਖਮਨੀ ਸਾਹਿਬ ਪੜ੍ਹ ਕੇ ਇਹ ਨਾ ਕਿਹਾ ਕਰੋ ਮੈਂ ਇੰਨੀ ਵਾਰੀ ਪੜ੍ਹਦਾ। ਉਹ ਜੋ ਪੜ੍ਹਦੇ ਆ ਉਹਨੂੰ ਵਿਚਾਰੋ। ਸੁਖਮਨੀ ਸਾਹਿਬ ਤੇ ਕਹਿ ਰਹੀ ਹੈ ਸਾਸ ਸਾਸ ਸਿਮਰੋ ਗੋਬਿੰਦ, ਸਾਸ ਸਾਸ ਸਿਮਰੋ ਗੋਬਿੰਦ। ਮਨ ਅੰਤਰ ਕੀ ਉਤਰੈ ਚਿੰਦ, ਮਨ ਅੰਤਰ ਕੀ ਉਤਰੈ ਚਿੰਦ। ਚਿੰਦ ਦਾ ਮਤਲਬ ਹੈ ਚਿੰਤਾ। ਜਿੱਦਣ ਤੁਸੀਂ ਤੇ ਮੈਂ ਸਵਾਸ ਸਵਾਸ ਉਹਦਾ ਸਿਮਰਨ ਕਰਨ ਲੱਗ ਪਏ, ਸਭ ਚਿੰਤਾ ਦੂਰ ਹੋ ਜਾਣੀ। ਜਿਸ ਗੁਰੂ ਕੋਲ ਆਏ ਹੋ ਪਤਾ ਕੀ ਕਹਿੰਦੇ ਨੇ, ਨਾਨਕ ਚਿੰਤਾ ਮਤ ਕਰੋ, ਨਾਨਕ ਚਿੰਤਾ ਮਤ ਕਰੋ। ਚਿੰਤਾ ਤਿਸ ਹੀ ਹੈ। ਪਹਿਲੇ ਪਦ ਵਿੱਚ ਗੁਰੂ ਰਾਮਦਾਸ ਜੀ ਸਾਨੂੰ ਜਾਚ ਸਿਖਾਉਂਦੇ ਨੇ, ਭਾਈ ਇਹ ਅਰਦਾਸ ਕਰੋ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਹਰ ਕੇ ਜਨ ਸਤਿਗੁਰ ਸਤਿਪੁਰਖਾ। ਬਿਨੋ ਕਰੋ ਗੁਰ ਪਾਸ, ਬਿਨੋ ਕਰੋ ਗੁਰ ਪਾਸ। ਦੇਖੋ ਸਾਧ ਸੰਗਤ, ਮੈਂ ਬੇਨਤੀ ਕਰਾਂਗਾ ਮੇਰੇ ਵੱਲੋਂ, ਤੁਸੀਂ ਕਰੋਗੇ ਤੁਹਾਡੇ ਵੱਲੋਂ। ਮੈਂ ਇਸ ਲਈ ਤੁਹਾਨੂੰ ਪ੍ਰੇਰਦਾ ਹਾਂ ਵੀ ਤੁਸੀਂ ਵੀ ਨਾਲ ਬੋਲੋ, ਆਪਣੇ ਆਪਣੇ ਵੱਲੋਂ ਬੇਨਤੀ ਕਰੋ। ਅਸੀਂ ਨਾ ਜੀ ਮੇਰੀ ਅਰਦਾਸ ਤੁਸੀਂ ਕਰੋ। ਕਿਉਂ ਬਈ ਤੁਸੀਂ ਕਿਉਂ ਨਾ ਕਰੋ? ਗੁਰੂ ਰਾਮਦਾਸ ਜੀ ਕਹਿੰਦੇ ਨੇ ਆਪਣੀ ਅਰਦਾਸ ਆਪ ਕਰੋ ਤੇ ਆਖੋ ਬਿਨੋ ਕਰੋ ਗੁਰ ਪਾਤ, ਬਿਨੋ ਕਰੋ ਗੁਰ ਪਾਤ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾ। ਅਰਥ ਤੁਹਾਨੂੰ ਆਪੇ ਹੀ ਆ ਜਾਣਗੇ ਜਦੋਂ ਤੁਹਾਡੇ ਮਨ ਦੀ ਅਵਸਥਾ ਬਣ ਗਈ ਨਾ ਗੁਰਬਾਣੀ ਦੇ ਅਨੁਸਾਰ। ਐਵੇਂ ਨਹੀਂ ਕਿਹਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨ ਕੋਏ। ਇਹ ਬਾਣੀ ਸਾਡਾ ਜੀਵਨ ਬਣਾਉਂਦੀ ਹੈ, ਇਸੇ ਲਈ ਬਾਣੀ ਨੂੰ ਗੁਰੂ ਦੀ ਪਦਵੀ ਦਿੱਤੀ ਹੈ। ਪਰ ਅਸੀਂ ਬਾਣੀ ਨੂੰ ਉਤੋਂ ਲੰਘ ਜਾਂਦੇ ਹਾਂ, ਪੜ੍ਹ ਜਾਂਦੇ ਹਾਂ। ਨਹੀਂ, ਆਪਣੇ ਅੰਦਰੋਂ ਮਨ ਨੂੰ ਤਿਆਰ ਕਰੋ ਤੇ ਆਖੋ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਹਮ ਕੀਰੇ ਕਿਰਮ। ਕਰ ਦਇਆ ਨਾਮ ਪਰਗਾਸ, ਕਰ ਦਇਆ ਨਾਮ ਪਰਗਾਸ।
ਲਓ। ਹੁਣ ਪਾਤਸ਼ਾਹ ਦੂਜੇ ਪਦ ਵਿੱਚ ਕਹਿੰਦੇ ਨੇ ਤੁਸੀਂ ਆਪਣੇ ਆਪ ਨੂੰ ਐਵੇਂ ਵੀ ਨਾ ਸਮਝੋ। ਹੁਣੇ ਹੁਣੇ ਕਹਿ ਰਹੇ ਸਨ ਚੇਅਰਮੈਨ ਸਾਹਿਬ, ਇਹ ਜਿਹੜੀ ਸਤ ਸੰਗਤ ਹੈ ਨਾ, ਇਹ ਵੱਡੇ ਭਾਗਾਂ ਕਰਕੇ ਮਿਲਦੀ ਹੈ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਬ੍ਰਹਮ ਚੋਟਾਂ ਖਾਵੈ। ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੈਦੀ। ਅਗਲੇ ਪਦ ਵਿੱਚ ਗੁਰਦੇਵ ਕਹਿੰਦੇ ਨੇ ਹਰ ਜਨ ਕੇ ਵੱਡ ਭਾਗ ਵਡੇਰੇ। ਉਹਨਾਂ ਹਰੀ ਦੇ ਜਨਾਂ ਦੇ ਬਹੁਤ ਵੱਡੇ ਭਾਗ ਹਨ, ਉਹ ਬੜੇ ਭਾਗਾਂ ਵਾਲੇ ਹਨ। ਕੌਣ? ਜਿਨ ਹਰ ਹਰ ਸ਼ਰਧਾ ਹਰ ਪਿਆਸ, ਜਿਨ੍ਹਾਂ ਦੇ ਅੰਦਰ ਗੁਰੂ ਕੇ ਬਚਨ ਸੁਣ ਕੇ ਹਰੀ ਲਈ ਸ਼ਰਧਾ ਪੈਦਾ ਹੋਈ, ਜਿਨ੍ਹਾਂ ਦੇ ਅੰਦਰ ਹਰੀ ਨੂੰ ਮਿਲਣ ਦੀ ਪਿਆਸ ਪੈਦਾ ਹੋਈ, ਉਹ ਬੜੇ ਭਾਗਾਂ ਵਾਲੇ ਹਨ। ਮੈਨੂੰ ਪਤਾ ਹੈ ਕਈ ਉਹ ਵੀ ਲੋਕ ਨੇ ਜਿਹੜੇ ਗੁਰੂ ਘਰ ਵਿੱਚ ਰਹਿੰਦੇ ਨੇ ਪਰ ਗੁਰੂ ਦੀ ਗੱਲ ਨਹੀਂ ਸੁਣਦੇ, ਉਹ ਗੁਰੂ ਦੇ ਨੇੜੇ ਵੀ ਨਹੀਂ ਆਉਂਦੇ। ਭਾਈ ਤੁਸੀਂ ਭਾਗਾਂ ਵਾਲੇ ਹੋ, ਮੈਂ ਨਹੀਂ ਕਹਿ ਰਿਹਾ, ਗੁਰੂ ਰਾਮਦਾਸ ਜੀ ਕਹਿ ਰਹੇ ਨੇ। ਹਰ ਜਨ ਕੇ ਵੱਡ ਭਾਗ ਵਡੇਰੇ, ਹਰ ਜਨ ਕੇ ਵੱਡ ਭਾਗ ਵਡੇਰੇ। ਜਿਨ ਹਰ ਹਰ ਸ਼ਰਧਾ ਹਰ ਪਿਆਸ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਜਿਨ ਹਰ ਹਰ ਸ਼ਰਧਾ। ਫਿਰ ਪਾਤਸ਼ਾਹ ਕਹਿੰਦੇ ਜਿਨ੍ਹਾਂ ਤੇ ਬਖਸ਼ਿਸ਼ ਹੋ ਜਾਏਗੀ, ਜਿਹੜੇ ਗੁਰੂ ਕੋਲੋਂ ਹਰੀ ਦੀ ਭਗਤੀ ਲੈ ਲੈਣਗੇ, ਜਿਹੜੇ ਉਹਦਾ ਨਾਮ ਜਪਣ ਲੱਗ ਪੈਣਗੇ, ਉਹਨਾਂ ਦੀ ਪਛਾਣ ਕੀ ਹੈ? ਆਖਿਆ ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਹਰ ਹਰ ਨਾਮ ਮਿਲੈ ਤ੍ਰਿਪਤਾਸੈ। ਤ੍ਰਿਪਤਾਸੈ ਇੱਕ ਅਵਸਥਾ ਹੈ ਜਿਹਨੂੰ ਆਪਾਂ ਕਹਿੰਦੇ ਰੱਜ ਜਾਣਾ, ਸੰਤੁਸ਼ਟ ਹੋ ਜਾਣਾ, ਬਸ ਜੀ ਹੋਰ ਕੁਝ ਨਹੀਂ ਚਾਹੀਦਾ। ਜਿਹੜਾ ਪੁਰਾਤਨ ਗੁਰਸਿੱਖ ਸਨ, ਮੈਨੂੰ ਯਾਦ ਹੈ ਵੈਦ ਗੁਰਚਰਨ ਸਿੰਘ ਜੀ ਇੱਕ ਵਾਰੀ ਗ੍ਰੰਥੀ ਸਭਾ ਦੇ ਸਮਾਗਮ ਵਿੱਚ ਆਏ ਲੁਧਿਆਣੇ, ਮੈਂ ਵੀ ਉੱਥੇ ਕਥਾ ਕਰ ਰਿਹਾ ਸੀ। ਉਹਨਾਂ ਨੇ ਇੱਕ ਬਚਨ ਕਿਹਾ, ਕਹਿੰਦੇ ਜਿਸ ਸਿੱਖ ਨੂੰ ਸਿੱਖੀ ਦੀ ਰਮਜ ਸਮਝ ਆ ਗਈ ਹੈ, ਜੇ ਗੁਰੂ ਟੁੱਟ ਕੇ ਉਹਨੂੰ ਕਵੇ ਮੰਗ ਕੀ ਮੰਗਣਾ, ਤੇ ਸਿੱਖ ਪਤਾ ਕੀ ਕਹਿੰਦਾ? ਹੇ ਸੱਚੇ ਪਾਤਸ਼ਾਹ, ਜੇ ਮੇਰੇ ਤੇ ਟੁੱਟੇ ਹੋ ਤੇ ਆਹ ਕਿਰਪਾ ਕਰੋ। ਤਿੰਨ ਗੱਲਾਂ ਮੰਗਦਾ ਸਿੱਖ। ਸਿੱਖ ਭੁੱਖਾ ਮੁੜੇ ਨਾ, ਕੰਮ ਕਦੇ ਥੋੜੇ ਨਾ, ਤੇ ਧਨ ਕਦੇ ਜੁੜੇ ਨਾ। ਹੈ ਤਿਆਰ ਤੁਸੀਂ? ਇਹਦਾ ਮਤਲਬ ਸਮਝੋ। ਇੰਨਾ ਕੁ ਜ਼ਰੂਰ ਬਖਸ਼ੋ ਕਿ ਜੇ ਕੋਈ ਅਭਿਆਗਤ ਲੋੜਵੰਦ ਮੇਰੇ ਘਰ ਆ ਜਾਏ, ਮੈਂ ਉਹਨੂੰ ਲੰਗਰ ਪ੍ਰਸ਼ਾਦਾ ਚੁਕਾ ਸਕਾਂ। ਸਿੱਖ ਭੁੱਖਾ ਮੁੜੇ ਨਾ, ਕਿਉਂਕਿ ਸਿੱਖ ਗ੍ਰਸਤੀ ਹੈ, ਕਦੇ ਬੱਚੇ ਦਾ ਕਾਰਜ ਕਰਨਾ, ਕਦੇ ਬੱਚੀ ਦਾ ਕਰਨਾ, ਕੰਮ ਕਦੇ ਥੋੜੇ ਨਾ, ਤੇ ਧਨ ਕਦੇ ਜੁੜੇ ਨਾ। ਇਹ ਬਹੁਤਾ ਵੀ ਇਕੱਠਾ ਹੋ ਜਾਏ ਨਾ, ਇਹ ਕੰਮ ਖਰਾਬ ਕਰ ਦਿੰਦਾ। ਆ ਜਿੰਨੇ ਮੁਕੱਦਮੇ ਬਾਜ਼ੀਆਂ ਤੇ ਲੜਾਈਆਂ ਝਗੜਿਆਂ ਬਹੁਤੇ ਧਨ ਕਰਕੇ ਨੇ, ਲੋੜ ਜੋਗਾ ਮਿਲ ਜਾ। ਤੋ ਪਾਤਸ਼ਾਹ ਨੇ ਕਿਹਾ ਦਾਤਾ, ਜੇ ਤੁਸੀਂ ਟੁੱਟੇ ਹੋ ਤੇ ਬਸ ਮੈਨੂੰ ਸੰਗਤ ਬਖਸ਼ੋ। ਔਰ ਜਿਨ੍ਹਾਂ ਨੂੰ ਹਰੀ ਦਾ ਨਾਮ ਮਿਲ ਜਾਂਦਾ ਹੈ, ਉਹ ਤ੍ਰਿਪਤ ਹੋ ਜਾਂਦੇ। ਰੋਜ਼ ਪੜ੍ਹਦੇ ਹਾਂ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ। ਤੋ ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਹਰ ਹਰ ਨਾਮ ਮਿਲੈ ਤ੍ਰਿਪਤਾਸੈ। ਮਿਲ ਸੰਗਤ ਗੁਣ ਪਰਗਾਸ, ਮਿਲ ਸੰਗਤ ਗੁਣ ਪਰਗਾਸ। ਸਮਾਂ ਬਹੁਤ ਥੋੜਾ ਹੈ, ਮੈਨੂੰ ਕਥਾ ਕਰਨ ਦੀ ਲੋੜ ਨਹੀਂ।
ਤੁਸੀਂ ਆਪ ਹੀ ਕਥਾ ਕਰੀ ਜਾਂਦੇ ਹੋ। ਜਦੋਂ ਤੁਸੀਂ ਪ੍ਰੇਮ ਨਾਲ ਬਾਣੀ ਪੜ੍ਹੋਗੇ, ਸੁਣੋਗੇ, ਸਮਝੋਗੇ, ਕਥਾ ਹੋ ਗਈ। ਹੁਣ ਤੀਜੇ ਪਦ ਵਿੱਚ ਪਾਤਸ਼ਾਹ ਇੱਕ ਹੋਰ ਵਾਰਨਿੰਗ ਵੀ ਦਿੰਦੇ ਨੇ, ਆਂਦੇ ਨੇ ਜਿਨ ਹਰ 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 ਰਸ ਨਾਮ ਨਾ ਪਾਇਆ, ਜਿਨ੍ਹਾਂ ਨੇ ਮਨੁੱਖਾ ਜੀਵਨ ਦੇ ਅੰਦਰ ਸੰਗਤ ਨਹੀਂ ਕੀਤੀ, ਹਰੀ ਦਾ ਨਾਮ ਰਸ ਨਹੀਂ ਪਾਇਆ, ਉਹ ਫਿਰ ਕੀ ਹੈਗੇ ਨੇ? ਤੇ ਭਾਗਹੀਣ ਜਮ ਪਾਸ, ਤੇ ਭਾਗਹੀਣ ਜਮ ਪਾਸ। ਡਰੋ ਨਾ, ਘਬਰਾਓ ਨਾ ਵੀ ਅਸੀਂ ਹੁਣ ਭਾਗੀ, ਨਹੀਂ ਨਹੀਂ, ਤੁਸੀਂ ਤਾਂ ਭਾਗਾਂ ਵਾਲੇ ਹੋ। ਗੱਲ ਉਹਨਾਂ ਦੀ ਹੋ ਰਹੀ ਹੈ ਜਿਹੜੇ ਸੰਗਤ ਵਿੱਚ ਨਹੀਂ ਆਉਂਦੇ, ਜਿਹੜੇ ਗੁਰੂ ਦੀ ਗੱਲ ਸੁਣ ਕੇ ਨਹੀਂ ਮੰਨਦੇ। ਜਿਨ ਹਰ 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 ਰਸ ਨਾਮ ਨ ਪਾਇਆ, ਜਿਨ ਹਰ 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 ਰਸ ਨਾਮ ਨ ਪਾਇਆ, ਜਿਨ ਹਰ 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 ਰਸ ਤੇ ਭਾਗਹੀਣ ਜਮ ਪਾਸ, ਤੇ ਭਾਗਹੀਣ ਜਮ ਪਾਸ। ਇਹ ਜਿਹੜਾ ਤੇ ਹੈ ਨਾ, ਤੇ ਇਹਨੂੰ ਥੋੜਾ ਜਿਹਾ ਲਮਕਾ ਦੇਣਾ। ਉਹ ਜਿਹੜੇ ਗੁਰੂ ਦੀ ਸੰਗਤ ਵਿੱਚ ਨਹੀਂ ਆਏ, ਜਿਨ੍ਹਾਂ ਨੇ ਜੀਵਨ ਵਿੱਚ ਹਰੀ ਦਾ ਨਾਮ ਰਸ ਨਹੀਂ ਪ੍ਰਾਪਤ ਕੀਤਾ, ਉਹ ਭਾਗਹੀਣ ਹਨ ਤੇ ਉਹ ਜਮਾਂ ਦੇ ਹਵਾਲੇ ਹੋਣਗੇ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਬੜਾ ਨੁਕਤਾ ਸਮਝਣ ਵਾਲਾ ਜੀ। ਜੀਵੇ ਦਾ ਮਤਲਬ ਜਿਹੜਾ ਪਹਿਲਾਂ ਸਮਾਂ ਬਤੀਤ ਕਰ ਚੁੱਕੇ ਨੇ। ਮੈਂ ਇੱਕ ਬਜ਼ੁਰਗ ਨੂੰ ਪੁੱਛਿਆ, ਉਹ ਸਨ ਸਰਗੋਧੇ ਦੇ ਇਲਾਕੇ ਦੇ ਰਹਿਣ ਵਾਲੇ। ਮੈਂ ਕਿਹਾ ਜੀ ਇਹ ਤ੍ਰਿਗ ਕੀ ਹੁੰਦਾ? ਤ੍ਰਿਗ ਦਾ ਕੀ ਮਤਲਬ ਹੈ? ਕਹਿੰਦੇ ਜਿਹਨੂੰ ਲੱਖ ਲਾਨਤ ਕਹਿਣੀ ਹੋਵੇ ਉਹਨੂੰ ਇੱਕ ਵਾਰੀ ਤ੍ਰਿਗ ਕਹਿ ਦਿਓ। ਤ੍ਰਿਗ ਦਾ ਮਤਲਬ ਹੈ ਲੱਖ ਲਾਨਤ। ਉਹਨਾਂ ਦੇ ਜੀਵਨ ਤੇ ਲੱਖ ਲਾਨਤ। ਤ੍ਰਿਗ ਜੀਵੇ, ਜਿਹੜਾ ਸਮਾਂ ਉਹਨਾਂ ਨੇ ਬਤੀਤ ਕਰ ਦਿੱਤਾ ਉਹ ਵੀ ਤ੍ਰਿਗ, ਤੇ ਜਿਹੜਾ ਨਾਮ ਨੂੰ ਭੁੱਲ ਕੇ ਅੱਗੋਂ ਜੀਣਗੇ ਉਹ ਵੀ ਤ੍ਰਿਗ। ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾ। ਲਓ ਹੁਣ ਅਖੀਰਲੀ ਪੰਕਤੀ ਧਿਆਨ ਨਾਲ ਪੜ੍ਹ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਆਖਿਆ ਇਹਦੇ 'ਚ ਸਾਡੀ ਕੋਈ ਵਡਿਆਈ ਨਹੀਂ। ਜਿਨ੍ਹਾਂ ਨੂੰ ਸੰਗਤ ਮਿਲ ਗਈ ਉਹਨਾਂ ਤੇ ਧੁਰੋਂ ਵਾਹਿਗੁਰੂ ਨੇ ਕਿਰਪਾ ਕੀਤੀ, ਉਹਨਾਂ ਦੇ ਮੱਥੇ ਤੇ ਲੇਖ ਲਿਖੇ ਨੇ, ਉਹਨਾਂ ਨੂੰ ਜੀਵਨ ਵਿੱਚ ਸਮਾਂ ਮਿਲ ਗਿਆ। ਇਹਦੇ ਲਈ ਉਹਦਾ ਸ਼ੁਕਰਾਨਾ ਕਰੀਏ, ਧੰਨਵਾਦ ਕਰੀਏ ਤੇ ਕੀ ਆਖੀਏ? ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ। ਇਹ ਜਿਹੜੀ ਸਤ ਸੰਗਤ ਹੈ ਨਾ, ਇਹ ਧੰਨ ਧੰਨ ਕਹਿਣ ਦੇ ਯੋਗ ਹੈ। ਤੁਸੀਂ ਘਰੋਂ ਚੱਲੇ, ਕੋਈ ਕਿਧਰੋਂ ਆਇਆ, ਕੋਈ ਕਿਧਰੋਂ ਆਇਆ, ਜੇ ਗੁਰੂ ਦੀ ਗੱਲ ਸੁਣ ਕੇ ਪੱਲੇ ਬੰਨ ਲਓਗੇ ਨਾ, ਧੰਨ ਧੰਨ ਹੋ ਜਾਓ। ਤੁਸੀਂ ਕਹੋਗੇ ਸਤ ਸੰਗਤ ਧੰਨ ਹੈ, ਗੁਰੂ ਕੋਲ ਆਏ ਤੇ ਗੁਰੂ ਨੇ ਸਾਡੀ ਬਾਂਹ ਫੜੀ। ਗੁਰੂ ਸੁੱਤਿਆਂ ਨੂੰ ਜਗਾਉਂਦਾ, ਗੁਰੂ ਭੁੱਲਿਆਂ ਨੂੰ ਸਿੱਧੇ ਰਾਹ ਪਾਉਂਦਾ। ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਤੋ ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ, ਪਹਿਲੇ ਧੰਨ ਨੂੰ ਥੋੜ੍ਹਾ ਜਿਹਾ ਪੋਲਾ ਬੋਲਣਾ। ਜਿਸ ਧੰਨ ਦੇ ਤਦੇ ਤੇ ਟਿੱਪੀ ਹੈ ਉਹਨੂੰ ਥੋੜ੍ਹਾ ਜ਼ੋਰ ਦੇ ਕੇ। ਗੁਰਬਾਣੀ ਵਿੱਚ ਧੰਨ ਤਿੰਨ ਰੂਪਾਂ ਵਿੱਚ ਆਉਂਦਾ। ਇੱਕ ਧੰਨ ਆਉਂਦਾ ਹੈ ਧਨ ਦੌਲਤ ਵਾਸਤੇ, ਉਹਦੇ ਸਪੈਲਿੰਗ ਨੇ ਤਦਾ ਨੰਨੇ ਨੂੰ ਔਂਕੜ ਧੰਨ। ਇੱਕ ਤਦਾ ਨੰਨਾ ਮੁਕਤਾ ਹੁੰਦਾ, ਉਹ ਧਨ ਇਸਤਰੀ ਵਾਸਤੇ ਹੈ। ਧਨ ਫਿਰ ਇਹ ਨਾ ਆਖੀਆਂ। ਤੇ ਇਹ ਜਿਹੜਾ ਧਨ ਹੈ, ਜਦੋਂ ਕਹਿਣਾ ਹੋਵੇ ਨਾ ਧਨ ਧਨ, ਧਨਤਾ ਯੋਗ, ਧਨ ਧਨ ਸਤ ਸੰਗਤ,
ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਖਾ। ਜਿਹੜੇ ਫਿਰ ਸੰਗਤ ਵਿੱਚ ਮਿਲਣਗੇ, ਨਾਨਕ ਦਾਸ ਜੀ ਕਹਿੰਦੇ ਨੇ ਉਹਨਾਂ ਦੇ ਹਿਰਦੇ ਵਿੱਚ ਪ੍ਰਕਾਸ਼ ਹੋ ਜਾਏ। ਬਸ ਪ੍ਰਕਾਸ਼ ਦੀ ਲੋੜ ਹੈ। ਦੀਵਾ ਭਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਉਗਵੈ ਸੂਰ ਨ ਜਾਪੈ ਚੰਦ, ਜਾਂ ਗਿਆਨ ਪ੍ਰਕਾਸ਼ ਅਗਿਆਨ ਮਿਟਨ। ਗੁਰੂ ਕੋਲ ਆਇਆ ਗਿਆਨ ਮਿਲਦਾ, ਗਿਆਨ ਅਗਿਆਨ ਦਾ ਨਾਸ਼ ਕਰਦਾ। ਰੋਜ਼ ਤੁਸੀਂ ਪੜ੍ਹਦੇ ਹੋ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾ। ਭਾਈ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਨਾ ਕੋਈ ਸੰਤ ਹੈ, ਨਾ ਕੋਈ ਗੁਰੂ ਹੈ। ਇਹ ਠੀਕ ਹੈ, ਕਈ ਇੱਥੋਂ ਲੈ ਕੇ ਨਾ ਉਧਾਰ ਆਪਣੀਆਂ ਦੁਕਾਨਾਂ ਚਲਾ ਲੈਂਦੇ ਨੇ, ਆਪ ਗੁਰੂ ਬਣ ਜਾਂਦੇ ਨੇ। ਨਹੀਂ ਨਹੀਂ, ਇਹ ਬੜੀ ਮੂਰਖਤਾ ਹੈ, ਬੜਾ ਘਾਟੇ ਵਾਲਾ ਸੌਦਾ ਹੈ। ਅੱਜ ਇਹੋ ਜਿਹੇ ਦੰਭੀ ਪਖੰਡੀ ਕਈ ਪੈਦਾ ਹੋਏ, ਉਹਨਾਂ ਦਾ ਹਸ਼ਰ ਵੇਖ ਲਓ ਕੀ ਹੋ ਰਿਹਾ, ਉਹਨਾਂ ਦੇ ਅੰਦਰੋਂ ਕੀ ਨਿਕਲ ਰਿਹਾ। ਨਾ ਭਾਈ, ਆਪਾਂ ਤੇ ਗੁਰੂ ਦੇ ਦਰ 'ਤੇ ਡਿੱਗਣਾ ਹੈ ਤੇ ਗੁਰੂ ਕੋਲੋਂ ਮੰਗਣਾ, ਜਿਵੇਂ ਗੁਰੂ ਰਾਮਦਾਸ ਜੀ ਨੇ ਮੰਗਿਆ, ਮੇਰੇ ਮੀਤ ਗੁਰਦੇਵ ਮੋਹ ਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ। ਇਹ ਜਿਹੜੀ ਹਰੀ ਦੀ ਕੀਰਤੀ ਹੈ ਨਾ, ਜਿਹੜਾ ਤੁਸੀਂ ਅੰਮ੍ਰਿਤ ਵੇਲੇ ਉੱਠਦੇ ਹੋ, ਵਾਹਿਗੁਰੂ ਵਾਹਿਗੁਰੂ ਕਰਦੇ ਹੋ, ਨਿਤਨੇਮ ਕਰਦੇ ਹੋ, ਇਹ ਹਰੀ ਦੀ ਕੀਰਤੀ ਹੈ। ਇਹ ਸਾਡੀ ਰਾਹ ਰਾਸ ਹੈ, ਇਹ ਰਸਤੇ ਦੀ ਪੂੰਜੀ ਹੈ। ਜਿੱਥੇ ਕੋਈ ਚੀਜ਼ ਕੰਮ ਨਹੀਂ ਨਾ ਕਰੇਗੀ, ਉੱਥੇ ਇਹ ਕੰਮ ਕਰੇ। ਇਸ ਵਾਸਤੇ ਗੁਰੂ ਰਾਮਦਾਸ ਜੀ ਦੇ ਸ਼ਬਦ ਨੂੰ ਕੰਠ ਕਰ ਲਓ, ਯਾਦ ਕਰ ਲਓ, ਤੇ ਜਦੋਂ ਵੀ ਗੁਰੂ ਅੱਗੇ ਆਓ ਇਹ ਕਿਹਾ ਕਰੋ, ਮੇਰੇ ਮੀਤ ਗੁਰਦੇਵ ਮੋਹ ਕੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਕਾਈ, ਹਰ ਕੀਰਤ ਹਮਰੀ ਰਹਿ ਰਾਸ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸਮੇਂ ਵਿੱਚ ਰਹਿੰਦਿਆਂ, ਕਿਉਂਕਿ ਚੇਅਰਮੈਨ ਸਾਹਿਬ ਨੇ ਵੀ ਸੂਚਨਾ ਦੇਣੀ ਬਹੁਤ ਜ਼ਰੂਰੀ ਸੀ, ਪਰ ਮੈਂ ਸਮੇਂ ਦੀ ਪਾਬੰਦੀ ਨੂੰ ਧਿਆਨ ਰੱਖਦਿਆਂ ਇੱਥੇ ਹੀ ਆਪਣੇ ਵਿਚਾਰ ਸੰਕੋਚਦਾ। ਬੜੀ ਗੁਰੂ ਦੀ ਕਿੰਨੀ ਕੁ ਸ਼ੁਕਰਾਨਾ ਕਰੀਏ। ਇਸ ਮਾਧਿਅਮ ਰਾਹੀਂ ਅਨੇਕਾਂ ਹੀ ਲੋਕ, ਮੈਂ ਕੱਲ੍ਹ ਪੁੱਛ ਰਿਹਾ ਸੀ ਵੀਰ ਜੀ ਨੂੰ ਜਿਹੜੇ ਰਿਕਾਰਡਿੰਗ ਕਰਦੇ ਨੇ, ਕਹਿੰਦੇ ਜੀ ਇਹ ਤਾਂ ਵਰਲਡ ਵਾਈਜ਼ ਹੈ, ਸਾਰੀ ਦੁਨੀਆ ਵਿੱਚ ਇਹ ਸੁਣਿਆ ਜਾ ਰਿਹਾ। ਤਾਂ ਇਹ ਬੜਾ ਉੱਤਮ ਕਰਮ ਹੈ, ਦਿੱਲੀ ਕਮੇਟੀ ਵੱਲੋਂ ਵੀ, ਚੜ੍ਹਦੀ ਕਲਾ ਵੱਲੋਂ ਵੀ, ਜਿਹੜੇ ਵੀ ਪ੍ਰਬੰਧ ਕਰਦੇ। ਆਓ ਇੱਥੇ ਹੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਤੇ ਗੱਜ ਕੇ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਕਰੋ।